पंजाबी खबरनामा देख रहे सारे दर्शकों ਨੂੰ प्यार भरी साथी गल ਦੀਆਂ ਵੱਡੀਆਂ ਖਬਰਾਂ। ਸਾਬਕਾ ਮੁੱਖ ਮੰਤਰੀ ਚੰਨੀ ਬਾਰੇ ਬੋਲੇ ਸੀਐਮ ਭਗਵੰਤ ਮਾਨ। ਕਿਹਾ ਚੰਨੀ ਹੁਣ ਰੋਣ ਦਾ ਡਰਾਮਾ ਕਰ ਦਵੇ ਬੰਦ, ਸਭ ਫੜੇ ਜਾਣਗੇ। ਲੜਕੀ ਨੂੰ ਦਰਬਾਰ ਸਾਹਿਬ ਜਾਣ ਤੋਂ ਰੋਕਣ ਵਾਲਾ ਸੇਵਾਦਾਰ ਆਇਆ ਸਾਹਮਣੇ, ਦਿੱਤਾ ਵੱਡਾ ਬਿਆਨ। ਮੌਸਮ ਵਿਭਾਗ ਦਾ ਅਲਰਟ, 18 ਤੇ 20 ਅਪ੍ਰੈਲ ਤੱਕ ਪਵੇਗਾ ਮੀਂਹ, ਕਿਸਾਨ ਫਿਕਰਮੰਦ। ਨਸ਼ਾ ਤਸਕਰੀ ਮਾਮਲੇ ਵਿੱਚ ਮਾਨ ਸਰਕਾਰ ਦਾ ਵੱਡਾ ਐਕਸ਼ਨ। ਪੀਪੀਐਸ ਰਾਜਜੀਤ ਸਿੰਘ ਨੌਕਰੀ ਤੋਂ ਬਰਖਾਸਤ। ਬਠਿੰਡਾ ਮਿਲਟਰੀ ਸਟੇਸ਼ਨ 'ਚ ਹੋਏ 4 ਜਵਾਨਾਂ ਦੇ ਕਤਲ ਮਾਮਲੇ ਵਿੱਚ ਸਨਸਨੀਖੇਜ਼ ਖੁਲਾਸਾ, ਸਾਹਮਣੇ ਆਇਆ ਪੂਰਾ ਸੱਚ। ਜਲੰਧਰ ਜਿਮਣੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਆਪਣੀ ਪਾਰਟੀ ਦੇ ਉਮੀਦਵਾਰ ਦੇ ਕਾਗਜ਼ ਭਰੇ ਗਏ। ਸੁਸ਼ੀਲ ਰਿੰਕੂ ਵੱਲੋਂ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਜਲੰਧਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੈਗਾ ਰੋਡ ਸ਼ੋਅ ਕੀਤਾ ਗਿਆ। ਸੁਸ਼ੀਲ ਰਿੰਕੂ ਦੇ ਹੱਕ ਵਿੱਚ ਕੀਤੇ ਗਏ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਹਨੇ ਕਿਹਾ ਕਿ ਚੰਨੀ ਹੁਣ ਰੋਣਾ ਬੰਦ ਕਰ ਦੇਣ, ਰੋਣ ਦਾ ਡਰਾਮਾ ਨਾ ਕਰਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਭ ਫੜੇ ਜਾਣਗੇ। ਆਪਣੇ ਭਾਂਜੇ ਤੋਂ ਲੈ ਨਜ਼ਾਰੇ ਫਿਰ ਥੋੜੀ ਜਿਹੀ ਪ੍ਰਾਪਰਟੀਆਂ ਇਹ ਸਭ ਡਰਾਮੇ ਕਰਦੇ ਆ, ਜੋ ਡਰਾਮੇ ਨਹੀਂ ਚੱਲਣਗੇ। ਆਮ ਆਦਮੀ ਪਾਰਟੀ ਅਸਲ 'ਚ ਗਰੀਬਾਂ ਦੀ ਪਾਰਟੀ ਹੈ। ਸਕੂਲ ਬਣਦੇ ਨੇ, ਅਸੀਂ ਕੋਈ ਕਿਸੇ ਗੱਲ ਤੋਂ ਰੋਂਦੇ ਨਹੀਂ। ਅਸੀਂ ਸਾਡਾ 9 ਘੰਟੇ ਕੱਲ ਵਿਜੀਲੈਂਸ ਨੇ ਬੁਲਾਇਆ, ਅਸੀਂ ਸਵਾਲ ਦਿੱਤੇ ਜਿਹੜੇ ਉਹਨਾਂ ਨੇ, ਅਸੀਂ ਉਹਦੇ ਜਵਾਬ ਦਿੱਤੇ ਨੇ। ਤੇ ਸੱਚ ਬੋਲਣ ਦਾ ਇਹੀ ਫਾਇਦਾ ਹੁੰਦਾ ਕਿ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ। ਬਾਕੀ ਤਾਂ ਸੁਖਵੀਰ ਬਾਦਲ ਵਰਗੇ ਬਥੇਰੇ ਤੁਰੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲੜਕੀ ਨੂੰ ਹਰਿਮੰਦਰ ਸਾਹਿਬ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਸੀ। ਹਾਂਜੀ सरदार जी, आपने गुड़िया को अंदर जाने से रोका, क्या कारण है? जी फ्लैश नहीं, क्यों नहीं? इंडिया नहीं आए? ये पंजाब भाई साहब इंडिया नहीं आए। करिए रिकॉर्डिंग, करिए रिकॉर्डिंग से क्या था? नहीं मैं पूछूं, इंडिया नहीं है, ये गोल्डन टेम्पल है। आप हमारे पाकिस्तान पे आए हो या इंडिया में आए हो? इंडिया बकवास बात बोल रहे हो आप, तो बहुत आपकी बात कौन सी थी? और क्या इंडिया नहीं है, इंडिया नहीं है ये बकवास की बात कौन सी है आपकी? आप ये गुस्सा क्यों कर रहे हैं बताओ भाई साहब। आप धार्मिक तरीके से बात करो। बकवास की बात कौन सी है? बकवास क्यों बोले आप? इंडिया में गलत क्यों कर रहे हैं? बकवास क्यों बोले? ਹਾਲਾਂਕਿ ਇਸ ਮਾਮਲੇ ਉੱਤੇ ਐਸਜੀਪੀਸੀ ਨੇ ਮੁਆਫੀ ਮੰਗ ਲਈ ਹੈ, ਜਿਸ ਤੋਂ ਬਾਅਦ ਹੁਣ ਸੁਰੱਖਿਆ ਵਿੱਚ ਤੈਨਾਤ ਸੇਵਾਦਾਰ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ। ਮੈਂ ਦਾਸ ਸਰਬਦੀਪ ਸਿੰਘ ਸੇਵਾਦਾਰ ਪਰਿਕਰਮਾ, ਜੋ ਪਿਛਲੇ ਦਿਨੀ ਘਟਨਾ ਹੋਈ ਆ ਡਿਊਟੀ ਤੇ, ਉਸ ਸੰਬੰਧੀ ਮੈਂ ਸੰਗਤਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਆ, ਉਸ ਲੜਕੀ ਨੇ ਸਕਲਟ ਪਹਿਨੀ ਹੋਈ ਸੀ। ਤੋ ਮੈਂ ਉਸ ਨੂੰ ਗੁਰੂ ਦੀ ਮਰਿਆਦਾ ਬਾਰੇ ਦੱਸਿਆ ਕਿ ਸਰੀਰ ਨੂੰ ਢੱਕ ਕੇ ਪੂਰਾ ਜਾਈਦਾ, ਲੱਤਾਂ ਨੂੰ ਢੱਕ ਕੇ ਜਾਈਦਾ, ਪਰ ਉਹਨਾਂ ਵੱਲੋਂ ਇਸ ਗੱਲ ਨੂੰ ਗਲਤ ਰੰਗਤ ਦਿੱਤੀ ਗਈ ਹੈ। ਹਰਿਮੰਦਰ ਸਾਹਿਬ ਦੇ ਵਿੱਚ ਹਰੇਕ ਦਾ ਸਤਿਕਾਰ ਹੈ, ਮਰਿਆਦਾ ਸਭ ਤੋਂ ਅਹਿਮ ਚੀਜ਼ ਹੈ ਜੋ ਸਾਨੂੰ ਹਰ ਇੱਕ ਸੰਗਤ ਨੂੰ ਰੱਖਣੀ ਚਾਹੀਦੀ ਹੈ। ਤੇ ਜੋ ਸੋਸ਼ਲ ਮੀਡੀਆ ਤੇ ਮੇਰੇ ਸਸਪੈਂਡ ਵੱਲੋਂ ਕੋਈ ਵੀ ਅਫਵਾਹਾਂ ਫੈਲਾਈਆਂ ਜਾਣ ਰਹੀਆਂ, ਉਹ ਬਿਲਕੁਲ ਗਲਤ ਹਨ। ਸੋ ਕਿਰਪਾ ਕਰਕੇ ਇਹਨਾਂ ਚੀਜ਼ਾਂ ਤੇ ਕੋਈ ਧਿਆਨ ਨਾ ਦਿੱਤਾ ਜਾਵੇ। ਮੈਂ ਆਪਣੀ ਤਨਦੇਹੀ ਨਾਲ ਡਿਊਟੀ ਨਿਭਾ ਰਿਹਾ ਹਾਂ, ਹੁਣ ਵੀ ਮੈਂ ਡਿਊਟੀ ਤੇ ਜਾ ਰਿਹਾ ਬਸ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਉਹਨਾਂ ਨੇ ਆਖਿਆ ਕਿ ਨਸ਼ਾ ਤਸਕਰੀ 'ਚ ਸ਼ਾਮਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਸੀਲਬੰਦ ਲਿਫਾਫੇ ਦੀਆਂ ਰਿਪੋਰਟਾਂ ਨੂੰ ਘੋਖਣ ਤੋਂ ਬਾਅਦ ਰਾਜਜੀਤ ਸਿੰਘ ਪੀਪੀਐਸ ਨੇ ਡਰੱਗ ਤਸਕਰੀ ਕੇਸ ਵਿੱਚ ਨਾਮਜ਼ਦ ਕਰਕੇ ਤੁਰੰਤ ਨੌਕਰੀਆਂ ਤੋਂ ਬਰਖਾਸਤ ਪੀਪੀਐਸ ਰਣਜੀਤ ਸਿੰਘ ਨੂੰ ਡਿਸਮਿਸ ਕੀਤਾ ਜਾਂਦਾ ਹੈ। ਵਿਜੀਲੈਂਸ ਨੂੰ ਚਿੱਟੇ ਦੀ ਤਸਕਰੀ ਨਾਲ ਕਮਾਈ ਹੋਈ ਸੰਪत्ति ਦੀ ਜਾਂਚ ਕਰਨ ਲਈ ਵੀ ਕਿਹਾ ਗਿਆ। ਉਹਨਾਂ ਨੇ ਇਸ ਸੰਬੰਧ ਵਿੱਚ ਟਵੀਟ ਵੀ ਕੀਤਾ ਤੇ ਲਿਖਿਆ ਕਿ ਨਸ਼ਾ ਤਸਕਰੀ ਸ਼ਾਮਲ ਕਿਸੇ ਵਿਅਕਤੀ ਨੂੰ ਨਹੀਂ ਬਖਸ਼ਿਆ ਜਾਵੇਗਾ। ਸੀਲਬੰਦ ਲਿਫਾਫੇ ਦੀਆਂ ਰਿਪੋਰਟਾਂ ਨੂੰ ਘੋਖਣ ਤੋਂ ਬਾਅਦ ਰਾਜਜੀਤ ਸਿੰਘ ਪੀਪੀਐਸ ਨੂੰ ਡਰੱਗ ਤਸਕਰੀ ਕੇਸ ਵਿੱਚ ਨਾਮਜ਼ਦ ਕਰਕੇ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਹੈ। ਵਿਜੀਲੈਂਸ ਨੂੰ ਚਿੱਟੇ ਦੀ ਤਸਕਰੀ ਨਾਲ ਕਮਾਈ ਹੋਈ ਹੈ ਸੰਪत्ति ਦੀ ਜਾਂਚ ਕਰਨ ਲਈ ਵੀ ਕਿਹਾ ਗਿਆ। ਬਠਿੰਡਾ ਦੇ ਮਿਲਟਰੀ ਸਟੇਸ਼ਨ ਫਾਇਰਿੰਗ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਫੌਜ ਦੇ ਹੀ ਇੱਕ ਸਿਪਾਹੀ ਵੱਲੋਂ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਸੂਚਨਾ ਦੇ ਨਾਂ ਉੱਤੇ ਉੱਚ ਅਧਿਕਾਰੀ ਨੂੰ ਵੀ ਗੁੰਮਰਾਹ ਕੀਤਾ ਗਿਆ। ਉਸਨੇ ਝੂਠ ਬੋਲਿਆ ਕਿ ਕੁੜਤਾ ਪਜਾਮਾ ਪਾ ਕੇ 2 ਨਕਾਬਪੋਸ਼ ਵਿਅਕਤੀਆਂ ਨੇ ਕਤਲ ਨੂੰ ਅੰਜਾਮ ਦਿੱਤਾ। ਦੱਸਦੇ ਕਿ ਕਾਤਲ ਨੇ ਯੋਜਨਾਬੰਦ ਤਰੀਕੇ ਨਾਲ ਇਸ ਕਤਲੇਆਮ ਨੂੰ ਅੰਜਾਮ ਦਿੱਤਾ। 12 ਅਪ੍ਰੈਲ ਨੂੰ ਇੱਕ ਮੰਦਭਾਗੀ ਘਟਨਾ ਆਪਣੇ ਜ਼ਿਲ੍ਹੇ ਵਿੱਚ ਵਾਪਰੀ ਸੀ, ਜਦੋਂ ਤੜਕੇ ਸਵੇਰੇ 4:30 ਵਜੇ ਕਰੀਬ 4 ਜਵਾਨ ਜਿਹੜੇ ਹੈਗੇ ਆਰਮੀ ਦੇ, ਉਹਨਾਂ ਅੰਜਾਮ ਦਿੱਤਾ, ਜਿਹਦੇ ਨਾਲ ਸਾਨੂੰ ਸ਼ੱਕ ਹੋ ਗਿਆ ਕਿ ਕਿਤੇ ਟੈਰਰਿਸਟ ਇਨਸੀਡੈਂਟ ਨਾ ਹੋਵੇ। ਬਟ ਜਦੋਂ ਆਪਾਂ ਇਨਵੈਸਟੀਗੇਸ਼ਨ ਇਹਦੀ ਸ਼ੁਰੂ ਕੀਤੀ ਅਗਲੀ ਤੇ ਸਾਨੂੰ ਇਹ ਕਲੀਅਰ ਹੋਇਆ ਕਿ ਜਿਹੜਾ ਇੱਕ ਵੈਪਨ ਕੁਝ ਇੱਕ ਦਿਨ ਪਹਿਲਾਂ ਚੋਰੀ ਹੋਇਆ ਸੀਗਾ, ਇੰਸਾਸ ਰਾਈਫਲ, ਉਹਦੇ ਨਾਲ ਕੁਝ ਕਾਰਤੂਸ ਵੀ ਜਿਹੜੇ ਹੈਗੇ ਚੋਰੀ ਹੋਏ ਸੀਗੇ, ਉਹੀ ਵੈਪਨ ਜਿਹੜਾ ਹੈਗਾ
ਉਹ ਇਸ ਇਨਸੀਡੈਂਟ ਵਿੱਚ ਯੂਜ਼ ਕੀਤਾ ਗਿਆ ਸੀ। ਔਰ ਸਾਨੂੰ ਪਤਾ ਹੈਗਾ ਕਿ ਜਦੋਂ ਇਹੋ ਜਿਹੇ ਇਨਸੀਡੈਂਟ ਵਿੱਚ ਕੋਈ ਵੈਪਨ ਇੰਟਰਨਲ ਯੂਜ਼ ਹੋਵੇ ਤੇ ਹਮੇਸ਼ਾ ਇਹ ਮੰਨਿਆ ਜਾਂਦਾ ਹੈ ਕਿ ਕੋਈ ਨਾ ਕੋਈ ਇੰਟਰਨਲ ਬੰਦਾ ਹੀ ਇਹਦੇ ਵਿੱਚ ਇਨਵੋਲਵ ਹੈ। ਆਰਮੀ ਦੇ ਨਾਲ ਸਾਡੀ ਚੰਗੀ ਜਿਹੜੀ ਹੈਗੀ ਹੈ ਸਰਚ ਆਪਰੇਸ਼ਨਸ ਔਰ ਤਫਤੀਸ਼ ਜਿਹੜੀ ਹੈਗੀ ਹੈ, ਲਗਾਤਾਰ ਆਪਾਂ ਇੱਕ ਦੂਜੇ ਨੂੰ ਕੋਆਪਰੇਟ ਕਰਦੇ ਰਹੇ ਹਾਂ। ਔਰ ਇਨਵੈਸਟੀਗੇਸ਼ਨ ਕਰਦਿਆਂ ਹੋਇਆ ਕੱਲ ਸਾਨੂੰ ਇੱਕ ਬ੍ਰੇਕ ਥਰੂ ਮਿਲਿਆ, ਜਦੋਂ ਆਪਾਂ ਕੁਝ ਇੱਕ ਬੰਦਿਆਂ ਨੂੰ ਸ਼ੱਕ ਦੇ ਆਧਾਰ ਤੇ ਪੁੱਛਗਿੱਛ ਵਾਸਤੇ ਆਪਣੇ ਕੋਲ ਬੁਲਾਇਆ ਹੋਇਆ ਸੀ। ਤੇ ਜਿਹੜੇ ਬੰਦੇ ਨੇ ਸਾਨੂੰ ਇਤਲਾਹ ਦਿੱਤੀ ਸੀਗੀ ਕਿ 4:30 ਵਜੇ ਉਹਨੇ 2 ਬੰਦਿਆਂ ਨੂੰ ਕੁਰਤਾ ਪਜਾਮਾ ਪਾ ਕਰਕੇ ਭੱਜਦੇ ਹੋਏ ਜੰਗਲ ਵੱਲ ਨੂੰ ਦੇਖਿਆ ਹੈ, ਉਹਦੀ ਪੁੱਛਗਿੱਛ ਜਦੋਂ ਫਰਕ ਆਇਆ, ਬਾਰ-ਬਾਰ ਉਹ ਬਿਆਨਾਂ ਨੂੰ ਚੇਂਜ ਕਰ ਰਿਹਾ ਸੀ ਤੇ ਅਸੀਂ ਉਹਦੀ ਸਖਤਾਈ ਦੇ ਨਾਲ ਥੋੜੀ ਪੁੱਛਗਿੱਛ ਕੀਤੀ ਤਾਂ ਉਹਨੇ ਮੰਨਿਆ ਕਿ ਉਹ ਜਿਹੜੇ 4 ਜਵਾਨਾਂ ਨੂੰ ਮਾਰਿਆ ਗਿਆ ਹੈਗਾ ਉਹ ਉਹਦੇ ਵੱਲੋਂ ਹੀ ਮਾਰਿਆ ਗਿਆ ਹੈ। ਔਰ ਉਸਨੇ ਕੁਝ ਇੱਕ ਦਿਨ ਪਹਿਲਾਂ ਇਹ ਵੈਪਨ ਇਨਸਾਸ ਦਾ ਜਿਹੜਾ ਹੈਗਾ 20 ਕਾਰਤੂਸਾਂ ਦੇ ਨਾਲ ਮੈਗਜ਼ੀਨ ਸਮੇਤ ਤੇ 8 ਰੌਂਦ ਜਿਹੜੇ ਸੀਗੇ LMG ਦੇ ਉਹ ਚੋਰੀ ਕੀਤੇ ਸੀਗੇ। ਇਸੇ ਮੰਤਵ ਨਾਲ ਕੀਤੇ ਸੀ ਕਿਉਂਕਿ ਇਹਦੀ ਕੁਝ ਪਰਸਨਲ ਰੰਜਿਸ਼ ਸੀਗੀ ਉਸ ਬੰਦਿਆਂ ਦੇ ਨਾਲ ਔਰ ਇਹ ਉਹਨਾਂ ਨੂੰ ਮੌਤ ਦੇ ਘਾਟ ਉਤਾਰਨਾ ਚਾਹੁੰਦਾ ਸੀਗਾ। ਜਦੋਂ ਮੌਕੇ ਦੀ ਆਪਣੀ ਪੜਤਾਲ ਸ਼ੁਰੂ ਕੀਤੀ ਗਈ ਸੀਗੀ, ਸਾਡੀ CIA ਦੀ ਟੀਮ, SHO ਕੈਂਟ, DSP ਸਾਹਿਬ ਔਰ SPD ਸਾਹਿਬ ਮੌਕੇ ਤੇ ਗਏ ਸੀ। ਉਦੋਂ ਸਾਨੂੰ 19 ਜਿਹੜੇ ਹੈਗੇ ਨੇ ਖਾਲੀ ਕਾਰਤੂਸ ਮੌਕੇ ਤੋਂ ਬਰਾਮਦ ਹੋਏ ਸੀਗੇ, ਜਿਹੜੇ ਕਿ ਇਨਸਾਸ ਰਾਈਫਲ ਦੇ ਸੀਗੇ। ਜਿੱਤੋਂ ਇਹ ਵੀ ਕਲੀਅਰ ਹੋ ਗਿਆ ਸੀ ਕਿ ਇਨਸਾਸ ਰਾਈਫਲ ਮੋਸਟ ਪ੍ਰੋਬੇਬਲੀ ਜਿਹੜੀ ਹੈਗੀ ਹੈ ਜੋ ਚੋਰੀ ਹੋਈ ਹੈ ਉਹੀ ਇਹਦੇ ਵਿੱਚ ਇਸਤੇਮਾਲ ਹੋਈ ਹੈ। ਔਰ ਕੱਲ ਜਦੋਂ ਇਹਨੇ ਸਾਰਾ ਕੁਝ ਡਿਸਕਲੋਜ਼ ਕੀਤਾ ਉਸ ਤੋਂ ਬਾਅਦ ਅਸੀਂ ਜਾ ਕਰਕੇ ਆਰਮੀ ਏਰੀਆ 'ਚ ਕਾਫੀ ਥੋਰੋ ਸਰਚ ਆਪਰੇਸ਼ਨ ਚਲਾਇਆ ਔਰ ਇਹਦੀ ਨਿਸ਼ਾਨਦੇਹੀ ਤੇ ਆਪਾਂ ਉੱਥੋਂ ਕੁੱਲ 7 ਕਾਰਤੂਸ ਬਰਾਮਦ ਕੀਤੇ ਹੈਗੇ ਨੇ, ਜਿਹਦੇ ਵਿੱਚੋਂ 6 ਕਾਰਤੂਸ ਜਿੰਦਾ ਸੀਗੇ, ਜਿਹੜੇ ਇਹਨੇ 8 ਕਾਰਤੂਸ ਚੋਰੀ ਕੀਤੇ ਸੀਗੇ LMG ਵਿੱਚੋਂ ਉਹ ਸੀ। ਔਰ ਇੱਕ ਮਿਸ ਫਾਇਰ ਹੋਇਆ ਸੀਗਾ ਜਦੋਂ ਇਹਨੇ ਬੰਦਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਉਦੋਂ ਪਹਿਲਾ ਰਾਊਂਡ ਇਹਦੇ ਕੋਲੋਂ ਮਿਸ ਫਾਇਰ ਹੋਇਆ ਸੀਗਾ ਜਿਹੜਾ ਇਹਨੇ ਉਠਾ ਕੇ ਆਪਣੀ ਜੇਬ ਵਿੱਚ ਪਾ ਲਿਆ ਸੀਗਾ। ਔਰ ਇਨਸੀਡੈਂਟ ਕਰਨ ਤੋਂ ਬਾਅਦ ਨੇੜੇ ਦੇ ਇੱਕ ਸੀਵਰੇਜ ਪਿਟ ਵਿੱਚ ਇਹਨੇ ਲਿਜਾ ਕਰਕੇ ਉਹ ਸਾਰੇ ਦੇ ਸਾਰੇ 8 ਕਾਰਤੂਸ ਜਿੰਦਾ ਤੇ ਇੱਕ ਜਿਹੜਾ ਯੂਜ਼ਡ ਕਾਰਟ੍ਰਿਜ ਸੀਗਾ ਉਹ ਤੇ ਵੈਪਨ, ਇਹ ਸਾਰੀ ਚੀਜ਼ਾਂ ਨੇ ਲਿਜਾ ਕਰਕੇ ਉਹਦੇ ਵਿੱਚ ਡੰਪ ਕਰਤੀਆਂ ਸੀਗੀਆਂ। ਵੈਪਨ ਸਾਨੂੰ ਉਸੇ ਦਿਨ ਬਰਾਮਦ ਹੋ ਗਿਆ ਸੀਗਾ ਔਰ ਬਾਕੀ ਦੇ ਕਾਰਤੂਸਾਂ ਵਿੱਚੋਂ 9 ਕਾਰਤੂਸਾਂ ਵਿੱਚੋਂ ਸਾਨੂੰ 7 ਕਾਰਤੂਸ ਬਰਾਮਦ ਹੋ ਗਏ ਨੇ। ਬਾਕੀ ਆਰਮੀ ਦੇ ਨਾਲ ਸਾਂਝਾ ਆਪਰੇਸ਼ਨ ਸਾਡਾ ਹਜੇ ਵੀ ਕੈਰਿੰਗ ਔਨ ਹੈ, ਉੱਥੇ ਚੱਲ ਰਿਹਾ ਹੈਗਾ। ਜਿਹੜੇ ਇੱਕ ਬੈਗ ਦੇ ਅੰਦਰ ਇਹਨੇ ਵੈਪਨ ਛੁਪਾ ਕੇ ਰੱਖਿਆ ਸੀਗਾ ਉਹ ਵੈਪਨ ਦਾ ਉਹ ਬੈਗ ਵੀ ਆਪਾਂ ਬਰਾਮਦ ਕਰ ਲਿਆ ਹੈ ਤੇ ਜਿਹੜੇ ਕੱਪੜੇ 'ਚ ਇਹਨੇ ਲੁਕਾ ਕਰਕੇ ਕਾਰਤੂਸ ਰੱਖੇ ਸੀਗੇ ਉਹ ਆਪਾਂ ਕੱਪੜਾ ਵੀ ਬਰਾਮਦ ਕਰ ਲਿਆ ਹੈਗਾ। ਇਹਦੇ ਕੋਲ ਕਾਰਨ ਕੀ ਸੀ ਮੈਂ ਤੁਹਾਨੂੰ ਦੱਸ ਰਿਹਾ ਹੈਗਾ, ਇਹਦੀ ਪਰਸਨਲ ਰੰਜਿਸ਼ ਸੀਗੀ। ਕੁਝ ਇੱਕ ਕਾਰਨਾਂ ਕਰਕੇ ਇਹ ਆਪਸ ਵਿੱਚ ਰੰਜਿਸ਼ ਰੱਖਦੇ ਸੀਗੇ ਜਿਨ੍ਹਾਂ ਦੇ ਹਾਲਾਤਾਂ ਵਿੱਚ ਇਹਨੇ ਜਾ ਕਰਕੇ ਉਹ ਬੰਦਿਆਂ ਨੂੰ ਕਤਲ ਕਰਤਾ। ਇਹਦਾ ਦੇਸਾਈ ਮੋਹਨ ਨਾਮ ਹੈਗਾ। ਇਹ ਸਾਰੇ ਸੰਤਰੀ ਡਿਊਟੀ ਤੇ ਕਹਿ ਲਓ ਤੁਸੀਂ ਇੱਕ ਤਰੀਕੇ ਦੇ ਨਾਲ, ਸਾਰੇ ਉੱਥੇ ਇੱਕ ਪੁਆਇੰਟ ਤੇ ਹੀ 6 ਬੰਦੇ ਤੈਨਾਤ ਸੀਗੇ ਔਰ ਸਾਂਝੀ ਡਿਊਟੀ ਕਰਦੇ ਹੁੰਦੇ ਸੀ ਵਾਰੀ-ਵਾਰੀ। ਉਹਦੇ ਵਿੱਚੋਂ ਇੱਕ ਬੰਦਾ ਇਹ ਸੀਗਾ ਜਿੰਨੇ ਬਾਕੀ ਦੇ 4 ਬੰਦੇ ਜਿਹੜੇ ਹੈਗੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ। ਸਰ ਇੱਕ ਗੱਲ ਸਾਹਮਣੇ ਆ ਰਹੀ ਸੀ ਕਿ ਜਿਹੜਾ ਵੈਪਨ ਸੀ ਉਹ ਕਿਸੇ ਖੱਡੇ 'ਚੋਂ ਮਿਲਿਆ ਸੀ ਜਿਸ ਪਾਣੀ ਖੜਾ ਸੀ। ਸੇਮ ਖੱਡਾ ਹੈਗਾ ਜਿਹਦੀ ਮੈਂ ਗੱਲ ਕਰ ਰਿਹਾ ਹੈਗਾ, ਇੱਕ ਸੀਵਰੇਜ ਦਾ ਪਿਟ ਹੈਗਾ, ਉਹਦੇ 'ਚ ਇਹਨੇ ਵੈਪਨ ਸੁੱਟਤਾ ਸੀ ਕਿਉਂਕਿ ਕਾਫੀ ਉਹਦੇ 'ਚ ਪਾਣੀ ਭਰਿਆ ਹੋਇਆ ਹੈਗਾ ਤਾਂ ਉਹ ਦਿਖਾਈ ਨਹੀਂ ਦਿੰਦਾ। ਪਹਿਲਾਂ ਵੈਪਨ ਤੇ ਜਦੋਂ ਉਹਦੇ ਪਾਣੀ ਕੱਢਿਆ ਗਿਆ ਪਹਿਲੇ ਦਿਨ ਉਦੋਂ ਵੈਪਨ ਤੇ ਮਿਲ ਗਿਆ ਬਿਕੋਜ਼ ਇਟ ਇਜ਼ ਆਬਵੀਅਸ ਵੱਡਾ ਵੈਪਨ ਹੁੰਦਾ ਹੈਗਾ ਉਹ ਦਿਖ ਜਾਂਦਾ ਹੈ। ਬਟ ਐਮੂਨੀਸ਼ਨ ਉਸ ਦਿਨ ਬਰਾਮਦ ਨਹੀਂ ਹੋਈ ਕਿਉਂਕਿ ਸਾਨੂੰ ਨਹੀਂ ਕਲੀਅਰ ਸੀਗਾ ਕਿ ਕੁਝ ਉਹਨੇ ਉੱਥੇ ਸੁੱਟਿਆ ਹੈਗਾ। ਕੱਲ ਜਦੋਂ ਇਹਦੀ ਕਾਫੀ ਥੋਰੋ ਪੁੱਛਗਿੱਛ ਕੀਤੀ ਗਈ ਦੈਨ ਹੀ ਰਿਵੀਲਡ ਕਿ ਇਹਨੇ ਜਿਹੜੇ 8 ਕਾਰਤੂਸ ਚੋਰੀ ਕੀਤੇ ਸੀਗੇ ਔਰ ਜਿਹੜਾ ਇੱਕ ਲਾਈਵ ਜਿਹੜਾ ਕਾਰਟ੍ਰਿਜ ਜਿਹੜੀ ਇਹਦੀ ਮਿਸਫਾਇਰ ਹੋ ਗਈ ਸੀ ਉਹ 9 ਕਾਰਤੂਸ ਇਹਨੇ ਲਿਜਾ ਕਰਕੇ ਉਸ ਪਿੱਟੇ 'ਚ ਉਸ ਵੈਪਨ ਦੇ ਨਾਲ ਹੀ ਸੁੱਟੇ ਸੀਗੇ। ਤੇ ਕਾਫੀ ਥੋਰੋ ਸਰਚ ਕਰਨ ਤੋਂ ਬਾਅਦ ਕਾਫੀ ਮਤਲਬ ਚੰਗੀ ਤਰੀਕੇ ਦੇ ਨਾਲ ਆਪਾਂ ਉੱਥੇ ਕੀਤੀ ਸਰਚ ਤਾਂ ਸਾਨੂੰ ਇਹ ਜਿਹੜੇ ਹੈਗੇ 7 ਕਾਰਤੂਸ ਬਰਾਮਦ ਹੋਏ ਨੇ। ਤੁਸੀਂ ਨਿੱਜੀ ਕਾਰਨਾਂ ਦੀ ਗੱਲ ਕਰ ਰਹੇ ਹੋ, 4 ਬੰਦਿਆਂ ਦਾ ਕਤਲ ਹੋਇਆ, ਇੱਕ ਨਾਲ ਹੋ ਸਕਦੀ ਹੈ, 2 ਨਾਲ, 4 ਨਾਲ ਹੀ ਨਿੱਜੀ ਰੰਜਿਸ਼? ਬਿਲਕੁਲ ਜੀ ਬਿਲਕੁਲ 4 ਦੇ ਨਾਲ ਨਿੱਜੀ ਰੰਜਿਸ਼ ਸੀਗੀ। ਇਹ ਕੁਝ ਪਰਸਨਲ ਰੀਜ਼ਨਸ ਹੈਗੇ ਨੇ ਜਿਨ੍ਹਾਂ ਨੂੰ ਆਪਾਂ ਇੱਥੇ ਮੀਡੀਆ 'ਚ ਡਿਸਕਲੋਜ਼ ਨਹੀਂ ਕਰ ਸਕਦੇ ਹੈਗੇ ਆ ਤੇ ਆਈ ਵੁੱਡ ਲਾਈਕ ਕਿ ਤੁਸੀਂ ਵੀ ਜਿੰਨੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਹੈਗਾ ਉਹਦੇ ਤੇ ਵਿਸ਼ਵਾਸ ਕਰਦੇ ਹੋਏ ਉਸ ਚੀਜ਼ ਨੂੰ ਤੁਸੀਂ ਅੱਗੇ ਡਿਸਕਲੋਜ਼ ਕਰੋ। ਜਿਹੜੀ ਐਫਆਈਆਰ ਹੋਈ ਸੀ ਉਹਦੇ 'ਚ 2 ਜਿਹੜੇ ਹੈਗੇ ਆ ਬੰਦੇ ਦੱਸੇ ਗਏ ਸੀ ਐਫਆਈਆਰ ਦੇ ਵਿੱਚ ਵੀ ਕੁਰਤਾ ਜਮਨਾ ਪਾ ਰੱਖਿਆ, ਮੂਲ ਭੋਰ ਹੈ, ਖਿਲਾੜੀ ਹੱਥ ਦੇ ਵਿੱਚ ਸੀ। ਐਸੇ ਬੰਦੇ ਨੇ ਇਹ 4:30 ਵਜੇ ਜਦੋਂ ਇਨਸੀਡੈਂਟ ਕੀਤਾ ਹੈਗਾ ਉਸ ਤੋਂ ਬਾਅਦ ਇਹਨੇ ਇਹ ਸਟੋਰੀ ਕਨਕੌਕਟ ਕੀਤੀ ਕਿਉਂਕਿ ਜੀਓਜ਼ ਮੈਸ ਉੱਥੇ ਨਾਲ ਹੈਗੀ ਹੈ, ਉੱਥੇ ਕੁਝ ਆਫੀਸਰਸ ਵੀ ਆਉਂਦੇ ਨੇ, ਉਹਨਾਂ ਦੇ ਗੈਸਟ ਵੀ ਆਉਂਦੇ ਨੇ। ਇਹਨੇ ਜਾਂ ਤੇ ਦੇਖਿਆ ਹੋਣਾ ਕਿ ਕੋਈ ਕੁਰਤੇ ਪਜਾਮੇ ਵਾਲੇ ਬੰਦੇ 1-2 ਦਿਨ ਉੱਥੇ ਆਏ ਸੀਗੇ ਤੇ ਇਹਨੇ ਉਸ ਹਿਸਾਬ ਨਾਲ ਇੱਕ ਕੁਰਤੇ ਪਜਾਮੇ ਵਾਲੀ ਸਟੋਰੀ ਬਣਾਈ। ਇੱਕ ਵੈਪਨ ਚੁੱਕੀ ਮਿਸਿੰਗ ਸੀਗਾ ਜਿਹੜਾ ਚੋਰੀ ਹੋਇਆ ਸੀਗਾ, ਉਹ ਵੈਪਨ ਉੱਥੇ ਯੂਜ਼ ਵੀ ਹੋਇਆ ਤੇ ਇਹਨੇ ਕਹਿਤਾ ਕਿ ਵੈਪਨ ਇਹ ਵਾਲਾ ਜਿਹੜਾ ਹੈਗਾ ਇਨਸਾਸ ਰਾਈਫਲ ਉਹ ਬੰਦੇ ਦੇ ਹੱਥ 'ਚ ਹੈਗੀ ਹੈ ਕਿਉਂਕਿ ਦੂਜਾ ਕੋਈ ਹੋਰ ਵੈਪਨ ਨਹੀਂ ਸੀਗਾ ਤੇ ਇਹਨੇ ਇੱਕ ਫਰਸੇ ਜਾਂ ਕੁਲਾੜੀ ਦਾ ਜਿਹੜਾ ਹੈਗਾ ਨਾਂ ਲੈ ਲਿਆ ਕਿ ਦੂਜੇ ਬੰਦੇ ਦੇ ਹੱਥ 'ਚ ਇੱਕ ਕੁਲਾੜੀ ਸੀਗੀ। ਕਰਨਲ ਸਾਹਿਬ ਜਿਹੜੇ ਮਾਰੇ ਗਏ ਆ 4 ਬੰਦੇ ਤੇ ਜਿਹੜਾ ਮਾਰਨ ਵਾਲਾ ਆ ਗਿਆ ਉਹ ਸਹੀ ਹੈ ਸਾਰੀ हिंदी नाल जो मारे गए इसमें 4 गनर और जो मारने वाला है कतल है दिखाई वो सारे के सारे अनमैरिड है या मैरिड है इनमें? जो मारने वाला है वो अनमैरिड है और जो सारे डेथ हुए हैं वो भी अनमैरिड है। सर कहाँ के रहने वाले हैं? इसकी डिटेल जो है वो अभी इस वक्त डिटेल मुझे आई हैव 2 बंदे तमिलनाडु के हैं, 2 कर्नाटका के हैं
और जिस बंदे ने मारा है ही इज़ फ्रॉम AP आंध्र प्रदेश। हाँ जी सर, जिद्दां इस 302 ਦੇ ਜੋ ਸੈਕਸ਼ਨ 25 ਆਰਮ ਐਕਟ ਦਾ ਮੁਕੱਦਮਾ ਦਰਜ ਕੀਤਾ ਗਿਆ ਤੇ ਇਸ ਤੋਂ ਇਲਾਵਾ ਜਿੱਦਾਂ ਕਿ ਗੁੰਮਰਾਹ ਕੀਤਾ ਹੈ ਪੁਲਿਸ ਨੂੰ ਤੇ ਆਰਮੀ ਨੇ। देखो जी हजे वी हैव पुट हिज अरेस्ट ਆਪਾਂ ਹੁਣ ਕੋਰਟ 'ਚ ਪੇਸ਼ ਕਰਾ ਕਰਕੇ ਇਹਦਾ ਰਿਮਾਂਡ ਲਵਾਂਗੇ ਉਹਦੇ ਵਿੱਚ ਅੱਗੇ ਹਜੇ ਦੀ ਹੋਰ ਪੁੱਛਗਿੱਛ ਕਰਾਂਗੇ ਔਰ ਜੋ ਵੀ ਇਨਵੈਸਟੀਗੇਸ਼ਨ ਵਿੱਚ ਆਊਗਾ ਉਸ ਹਿਸਾਬ ਨਾਲ ਵਾਧਾ ਜੁਰਮ ਜਾਂ ਜੋ ਘਾਟਾ ਜੁਰਮ ਕਰਨਾ ਹੋਏਗਾ ਉਸ ਹਿਸਾਬ ਨਾਲ ਤਫਤੀਸ਼ ਜਿਹੜੀ ਹੈਗੀ ਆਪਣਾ ਰੂਟ ਆਪ ਲਵੇਗੀ। ਸਰ ਇਹ ਜਿਸ ਤਰ੍ਹਾਂ ਸਰ ਇੰਨੇ ਦਿਨ ਲਾ ਕੇ ਟ੍ਰੇਸ ਕਰਦੇ ਆ ਉੱਥੇ ਕੋਈ CCTV ਕੈਮਰਾ ਵਗੈਰਾ ਦੀ ਕੋਈ ਪ੍ਰੋਵੀਜ਼ਨ ਨਹੀਂ ਹੈਗੀ। ਦੇਖੋ ਜੀ CCTV ਕੈਮਰੇ ਹੈਗੇ ਨੇ ਬਟ ਪੁਆਇੰਟ ਇਜ਼ ਕਿ ਜਿਹੜਾ ਇਹ ਸੈਂਸਿਟਿਵ ਏਰੀਆ ਹੈਗਾ ਵੀ ਕੈਨ ਨਾਟ ਡਿਸਕਲੋਜ਼ ਕਿੰਨੇ CCTV ਕੈਮਰੇ ਉੱਥੇ ਲੱਗੇ ਹੋਏ ਨੇ। ਨਹੀਂ ਮਤਲਬ ਇੰਨੇ ਦਿਨ ਲੱਗਣ ਦਾ ਕਾਰਨ ਪੁੱਛ ਰਹੇ ਵੀ देखो जी ਜਿਹੜਾ ਕਾਤਲ ਹੁੰਦਾ ਹੈਗਾ ਉਹ ਆਪਣਾ ਦਿਮਾਗ ਵੀ ਵਰਤਦਾ ਹੈਗਾ ਕਿ ਕਿਹੜੇ ਪੁਆਇੰਟ ਤੋਂ ਛੁਪ ਕੇ ਨਿਕਲ ਸਕਦਾ ਹੈਗਾ ਕਿਹੜੇ ਪੁਆਇੰਟ ਤੇ CCTV ਕੈਮਰੇ 'ਚ ਇਹ ਚੀਜ਼ ਕੈਦ ਨਹੀਂ ਹੋਊਗੀ। ਇਸੇ ਕਰਕੇ ਜਿਹੜਾ ਹੈਗਾ CCTV ਕੈਮਰਾ 'ਚ ਸਾਨੂੰ ਆ ਚੀਜ਼ ਨਹੀਂ ਲੱਭੀ ਔਰ ਪੁਆਇੰਟ ਇਜ਼ ਕਿ ਜਿਹੜੇ ਬੰਦੇ ਨੇ ਕਤਲ ਕੀਤਾ ਸੀਗਾ ਉਹ ਸ਼ੁਰੂ ਤੋਂ ਹੀ ਇਨਵੈਸਟੀਗੇਸ਼ਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਜਿਸ ਤਰ੍ਹਾਂ ਤੁਸੀਂ ਵੀ ਆਪ ਕਿਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਹੁਣ ਐਵਰੀਥਿੰਗ ਇਜ਼ ਕਲੀਅਰ। ਉਹ ਬੰਦੇ ਦੀ ਆਪਾਂ ਅਰੈਸਟ ਪਾ ਲਈ ਹੈਗੀ ਹੈ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕਰਾ ਕਰਕੇ ਆਪਾਂ ਉਹਦਾ ਰਿਮਾਂਡ ਲੈ ਕਰਕੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਔਰ ਜੋ ਵੀ ਇਨਵੈਸਟੀਗੇਸ਼ਨ ਦੌਰਾਨ ਆਊਗਾ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ। ਸਾਰੇ ਇੱਕੋ ਯੂਨਿਟ ਦੇ ਨੇ ਜੀ ਇਹ ਸਾਰੇ ਇੱਕੋ ਇੱਕ ਹੀ ਯੂਨਿਟ। ਸਰ ਜਿਸ ਤਰ੍ਹਾਂ ਪੜਤਾਲ ਦੌਰਾਨ ਸਰ ਕਿਸੇ ਹੋਰ ਬੰਦੇ ਦੀ ਕੋਈ ਬੜੀ ਜੁੜੀ ਸ਼ੱਕੀ ਭੂਮਿਕਾ ਨਹੀਂ ਹਜੇ ਤੱਕ ਹੋਰ ਕਿਸੇ ਦੀ ਕੋਈ ਸ਼ੱਕੀ ਭੂਮਿਕਾ ਨਹੀਂ ਆਈ ਹੈਗੀ ਹੈ ਬਟ ਫਿਰ ਵੀ ਸਾਡੀ ਤਫਤੀਸ਼ ਜਾਰੀ ਹੈ। ਟੈਕਨੀਕਲ ਤੌਰ ਤੇ ਵੀ ਜਿਹੜੇ ਉਹਦੇ ਮੋਬਾਈਲ ਹੈਗੇ ਉਹਨਾਂ ਦੇ ਫੋਰੈਂਸਿਕਸ ਕੀਤੀ ਜਾ ਰਹੀ ਹੈਗੀ ਹੈ ਉਹ ਤੋਂ ਵੀ ਜੋ ਗੱਲਾਂ ਸਾਹਮਣੇ ਆਉਂਗੀ ਉਹਦੀ CDR ਦੀ ਪੜਤਾਲ ਕਰ ਰਹੇ ਹੈਗੇ ਆ ਉਹ ਤੋਂ ਵੀ ਜੋ ਗੱਲਾਂ ਸਾਹਮਣੇ ਆਉਂਗੀਆਂ ਉਹਨਾਂ ਨੂੰ ਸਾਰਿਆਂ ਨੂੰ ਰੱਖਦਿਆਂ ਹੋਇਆਂ ਇੱਕ ਇਕੱਠੀ ਜਿਹੜੀ ਹੈਗੀ ਆਪਾਂ ਵਧੀਆ ਤਰੀਕੇ ਨਾਲ ਡੀਪ ਇਨਵੈਸਟੀਗੇਸ਼ਨ ਜਿਹੜੀ ਉਹ ਕਰਾਂਗੇ। ਸਰ ਜਿਸ ਤਰ੍ਹਾਂ ਇਨਸੀਡੈਂਟ ਵਾਪਰਿਆ ਸੀ ਜਿਹਦੇ ਵਿੱਚ ਇੱਕ ਹੋਰ ਆਰਮੀ ਦੇ ਜੋ ਐਕਸੀਡੈਂਟ ਹੁੰਦਾ ਸੀ ਕੋਈ ਕੰਸਰਨ ਤਾਂ ਨਹੀਂ ਇਹਦੇ ਨਾਲ ਦੇਖੋ ਮੈਂ ਪਹਿਲਾਂ ਵੀ ਇਹ ਗੱਲ ਤੁਹਾਨੂੰ ਕਲੀਅਰ ਕੀਤੀ ਹੈਗੀ ਹੈ ਕਿ ਇਹ ਦੋਨੋਂ ਏਰੀਆ ਡਿਫਰੈਂਟ ਹੈਗੇ ਨੇ ਔਰ ਜਿਹੜਾ ਉਹ ਇਨਸੀਡੈਂਟ ਹੋਇਆ ਸੀਗਾ ਉਹ ਸੈਪਰੇਟ ਇਨਸੀਡੈਂਟ ਸੀਗਾ। ਉਹ ਬੰਦੇ ਨੇ ਆਪਣੇ ਕਨਪਟੀ ਤੇ ਵੈਪਨ ਰੱਖ ਕਰਕੇ ਜਿਹੜਾ ਹੈਗਾ ਉਹ ਵੈਪਨ ਚਲਾਇਆ ਸੀਗਾ ਸੁਸਾਈਡ ਕੀਤਾ ਸੀਗਾ ਔਰ ਆ ਯੂਨਿਟ और वो यूनिट डिफरेंट है दीज आर बोथ डिफरेंट यूनिट कौन सी है इस वक्त उसका नाम लेना ठीक होगा। नहीं इस यूनिट का नाम बता दें ये किस यूनिट का है। ये मीडियम रेजिमेंट है। सर जिस तरह 12 तरीक की हैगी घटना 4:30 बजे की हाँ जी ਉਹਨੇ ਬੰਦੇ ਨੇ ਮਰਡਰ ਕਰਤੇ ਫਾਇਰਿੰਗ ਕਰਤੀ ਇਸ 5 ਦਿਨ ਫਿਰ ਉਹ ਕੈਂਟ ਚ ਰਿਹਾ ਕਿ ਤੁਹਾਨੂੰ ਪੁਲਿਸ ਸੇਵਾ ਦਿੰਦਾ नहीं बिल्कुल देखो जी ही वाज इन कैंटोनमेंट एरिया ਆਰਮੀ ਦੀ ਵੀ ਆਪਣੀ ਪੜਤਾਲ ਚੱਲਦੀ ਹੈ ਕੋਰਟ ਆਫ ਇਨਕੁਆਇਰੀ ਚੱਲਦੀ ਹੈਗੀ ਹੈ ਪੁਲਿਸ ਦੀ ਆਪਣੀ ਇਨਵੈਸਟੀਗੇਸ਼ਨ ਚੱਲਦੀ ਹੈਗੀ ਹੈ ਬੋਥ ਆਰ ਗੋਇੰਗ ਪੈਰਲਲ। ਅਸੀਂ ਸਾਂਝਾ ਆਪਰੇਸ਼ਨ ਕਰਕੇ ਜਿਹੜਾ ਹੈਗਾ ਇਹ ਬੰਦੇ ਨੂੰ ਹੁਣ ਨੈਪ ਕਰ ਲਿਆ ਹੈਗਾ ਅਰੈਸਟ ਕਰ ਲਿਆ ਹੈਗਾ ਹੀ ਵਾਸ ਵਿਦ ਅਸ ਓਨਲੀ ਉਹਨੇ ਕਿਤੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ। ਨਹੀਂ ਸਰ ਉਹ ਨਾਲ ਰਿਹਾ ਤੁਹਾਡੇ ਜਦੋਂ ਤੁਸੀਂ ਇਨਵੈਸਟੀਗੇਸ਼ਨ ਕਰਦੇ ਰਹੇ ਹੋ। ਦੇਖੋ ਜੀ ਪਹਿਲਾਂ ਕੋਰਟ ਆਫ ਇਨਕੁਆਇਰੀ ਚੱਲ ਰਹੀ ਸੀਗੀ ਉੱਥੇ ਉਹਦੇ ਕੋਲੋਂ ਪੁੱਛਗਿੱਛ ਹੋ ਰਹੀ ਸੀਗੀ ਕਾਫੀ ਡੂੰਘਾਈ ਨਾਲ ਪੜਤਾਲ ਉੱਥੇ ਵੀ ਕੀਤੀ ਹੈਗੀ ਹੈ ਉੱਥੇ ਵੀ ਉਹਨੇ ਕਈ ਤਰੀਕਾ ਦੀਆਂ ਕਹਾਣੀਆਂ ਬਣਾ ਕਰਕੇ ਦੱਸੀਆਂ ਜਿਹਦੇ ਬੇਸ ਤੇ ਸਾਡਾ ਸ਼ੱਕ ਜਿਹੜਾ ਹੈਗਾ ਲਗਾਤਾਰ ਪੱਕਾ ਹੁੰਦਾ ਚਲਾ ਗਿਆ। ਫਿਰ ਅਸੀਂ ਜਦੋਂ ਆਪਣੇ ਕੋਲ ਲੈ ਕਰਕੇ ਆਏ ਉਹਨੂੰ ਜਦੋਂ ਪੁੱਛ ਪੜਤਾਲ ਕੀਤੀ ਉਹਦੇ ਵਿੱਚ ਉਹਦੇ ਕੁਝ ਸਟੇਟਮੈਂਟ ਸੀਗੇ ਜਿਹੜੇ ਕਿ ਵੱਖਰੇ ਟਾਈਮ ਤੇ ਵੱਖਰੇ ਸਟੇਟਮੈਂਟ ਦੇ ਰਿਹਾ ਸੀਗਾ ਉਸੇ ਕਰਕੇ ਸਾਨੂੰ ਸ਼ੱਕ ਜਿਹੜਾ ਹੈਗਾ ਸਾਡਾ ਵੱਧਦਾ ਗਿਆ ਔਰ ਫਿਰ ਜਦੋਂ ਆਪਾਂ ਡੂੰਘਾਈ ਨਾਲ ਉਹਦੀ ਪੁੱਛਗਿੱਛ ਕੀਤੀ ਤਾਂ ਹੀ ਰਿਵੀਲਡ ਐਵਰੀਥਿੰਗ ਜਿਹੜੀ ਕਿ ਉਹਨੇ ਕੀਤੀ ਸੀਗੀ। ਇਸ ਕੇਸ ਪੁਲਿਸ ਕੋਲੇ ਆਈ ਵਿਟਨੈਸ ਨਹੀਂ ਹੈ ਕੀ ਲੱਗਦਾ ਵੀ ਸਜ਼ਾ ਮਿਲ ਪਾਊਗੀ। ਦੇਖੋ ਜੀ ਬਿਲਕੁਲ ਸਜ਼ਾ ਹੋਊਗੀ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਆਪਾਂ ਸਾਇੰਟੀਫਿਕ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ ਔਰ ਜੋ ਐਂਗਲ ਇਹਦੇ ਵਿੱਚ ਸਾਨੂੰ ਕਵਰ ਕਰਨ ਦੀ ਕੋਸ਼ਿਸ਼ ਹੈਗੀ ਹੈ ਉਹ ਆਪਾਂ ਕਰਾਂਗੇ। ਵੀ ਹੈਵ ਆਲਰੇਡੀ ਜਿਹੜਾ ਹੈਗਾ ਰਿਕਵਰਡ ਦੀ ਐਮੂਨੀਸ਼ਨਸ ਉਹਦੀ ਨਿਸ਼ਾਨਦੇਹੀ ਤੇ ਲੈ ਜਾ ਕਰਕੇ ਆਪਾਂ ਮੌਕੇ ਤੇ ਐਮੂਨੀਸ਼ਨ ਰਿਕਵਰ ਕੀਤੇ ਹੈਗੇ ਨੇ। ਉਹ ਜਿਹੜਾ ਪਾਊਚ ਹੈਗਾ ਜਿਹਦੇ 'ਚ ਉਹਨੇ ਵੈਪਨ ਰੱਖਿਆ ਸੀਗਾ ਉਹ ਰਿਕਵਰ ਕੀਤਾ ਹੈਗਾ ਜਿਹੜੇ ਪਾਊਚ 'ਚ ਉਹਨੇ ਖੋਲ ਰੱਖੇ ਸੀਗੇ ਜਿਹੜੇ ਕਾਰਤੂਸ ਰੱਖੇ ਸੀਗੇ ਉਹ ਵੀ ਰਿਕਵਰ ਕੀਤਾ ਹੈਗਾ। ਤਾਂ ਆਈ ਥਿੰਕ ਜਿਹੜੀ ਇਨਵੈਸਟੀਗੇਸ਼ਨ ਸਾਡੀ ਹੈਗੀ ਉਹ ਬਿਲਕੁਲ ਠੀਕ ਰੂਟ ਤੇ ਚੱਲ ਰਹੀ ਹੈਗੀ ਹੈ। ਆਫਟਰ ਗੈਟਿੰਗ ਇਟ ਕਲੀਅਰ ਕਿ ਇਹੀ ਬੰਦਾ ਹੈਗਾ ਜਿਹਨੇ ਇਹ ਕੀਤਾ ਹੈਗਾ ਆਫੈਂਸ ਤਾਂ ਹੀ ਆਪਾਂ ਤੁਹਾਡੇ ਸਾਹਮਣੇ ਆ ਕਰਕੇ ਬੈਠ ਕਰਕੇ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਕਰਨ ਸਾਹਿਬ ਇੱਕ ਤੁਹਾਡੇ ਤੱਕ ਸਵਾਲ ਹੈਗਾ ਕਿ ਜੇ ਪੁਲਿਸ ਨੇ भी 302 का पत्ता दर्ज कर ली उसके अरेस्ट ये अपने अलग केस चलेगा कोई आर्मी का भी अपने तरफ से जैसे पूर्ण इंक्वायरी उठाई थी आपका भी कुछ चलेगा इसमें बाद में कोई इन्वेस्टिगेशन। हमारी साथ जो इंटरनल इंक्वायरी होती है वो चल रही है ऑलरेडी लेकिन अभी चूंकि ये एक मर्डर का केस है तो ये पुलिस के थ्रू रूट होता है और जब पुलिस का ये कार्रवाई चलेगा साथ ही साथ हमारी जो भी लीगल प्रोसीजर होंगी जैसे जैसे घटनाक्रम आगे बढ़ेगी उसमें आर्मी उसी तरह से पार्टिसिपेट करेगी। थैंक यू ਸਰ ਵੈਪਨ ਕਿਸ ਤਰ੍ਹਾਂ ਚੋਰੀ ਕੀਤਾ ਉਹਨਾਂ ਨੇ ਇਹ ਗਾਣੇ ਸਾਹਮਣੇ ਆਈ ਹੈ ਕਿਉਂਕਿ ਉਸ ਦੀ ਕਾਫੀ ਗਾਰਡ ਜਿੰਨੀ ਕਿ ਪੜਤਾਲ ਆਪਾਂ ਹੁਣ ਤੱਕ ਕੀਤੀ ਹੈ ਇਹ ਸੁੱਤੇ ਹੋਏ ਬੰਦੇ ਕੋਲੋਂ ਇਹਨੇ ਵੈਪਨ ਚੋਰੀ ਕੀਤਾ ਸੀਗਾ। ਬਾਕੀ ਹੁਣ ਹਜੇ ਡੂੰਘਾਈ ਨਾਲ ਜਿਹੜੀ ਇਹਦੀ ਪੁੱਛਗਿੱਛ ਕਰਨੀ ਰਹਿੰਦੀ ਹੈਗੀ ਹੈ ਕਿ ਕਿਹੜੇ ਹਾਲਾਤਾਂ ਵਿੱਚ ਕਿੱਥੋਂ ਕਿਸ ਪੁਆਇੰਟ ਤੇ ਇਹਨੇ ਵੈਪਨ ਚੋਰੀ ਕੀਤਾ ਹੈਗਾ ਉਹ ਸਾਰਾ ਕੁਝ ਆਪਾਂ ਪੁੱਛ ਪੜਤਾਲ ਹਜੇ ਕਰ ਰਹੇ ਹੈਗੇ ਆ। ਸਰ ਰਿਮਾਂਡ ਦਿੱਤਾ ਹੈ ਕੋਈ ਪੁਲਿਸ ਰਿਮਾਂਡ ਹੈ ਹਜੇ ਪੇਸ਼ ਕਰਾ ਰਹੇ ਹੈਗੇ ਪੇਸ਼ ਕਰਾਉਣ ਤੋਂ ਬਾਅਦ ਸਾਨੂੰ ਜਿਹੜਾ ਹੈਗਾ ਰਿਮਾਂਡ ਮਿਲ ਜੂਗਾ। ਥੈਂਕ ਯੂ ਸਰ ਇੱਕ ਹੋਰ ਆਪਣਾ ਜਿਹੜਾ ਗੌਰਵ ਸਿੰਘ ਨੂੰ ਦੇ ਕੇ ਗਏ ਦਿੱਲੀ NIA ਉਹਦੇ ਬਾਰੇ ਬਤਾ ਦਿਓ।
ਇਹ NIA ਦਾ ਕੋਈ ਕੇਸ ਹੈਗਾ ਦਿੱਲੀ ਦਾ, ਜਿਹਦੇ ਵਿੱਚ ਉਹਨਾਂ ਨੇ ਲਾਰੈਂਸ ਦਾ ਰਿਮਾਂਡ ਲਿਆ ਹੈਗਾ। ਉਹਨੂੰ ਪੇਸ਼ ਕਰਾਉਣ ਵਾਸਤੇ ਸਾਡੀ ਟੀਮ ਗਈ ਹੋਈ ਹੈ। ਉਸ ਤੋਂ ਬਾਅਦ ਉੱਤੇ ਪੇਸ਼ ਕਰਾਉਣ ਤੋਂ ਬਾਅਦ NIA ਉਹਦਾ ਪੁਲਿਸ ਕਸਟਡੀ ਲੈਂਦੀ ਹੈ ਕਿ ਨਹੀਂ ਲੈਂਦੀ ਹੈਗੀ, ਇਹ ਡਿਪੈਂਡਸ ਔਨ NIA ਓਨਲੀ। ਤੇ ਸਾਡੀ ਟੀਮ ਜ਼ਰੂਰ ਗਈ ਹੋਈ ਹੈ ਉੱਥੇ ਪੇਸ਼ ਕਰਾਉਣ ਵਾਸਤੇ। ਲੈਟਸ ਸੀ ਵਾਟ ਹੈਪਨਸ।